ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਧਨਾਥ ਅਵਤਾਰ ਸਭ, ਗੋਸ਼ਟ ਕਰ ਕਰ ਕੰਨ ਫੜਾਇਆ। ਬਾਬਰ ਕੇ ਬਾਬੇ ਮਿਲੇ, ਨਿਵ ਨਿਵ ਸਭ ਨਵਾਬ ਨਿਵਾਇਆ। ਪਤ ਸਾਹਾ ਮਿਲ ਵਿਛੜੇ, ਜੋਗ ਭੋਗ ਛੱਡ ਚਲਤ ਰਚਾਇਆ। ਦੀਨ ਦੁਨੀਆ ਦਾ ਪਾਤਸ਼ਾਹ, ਬੇਮੁਹਤਾਜ ਰਾਜ ਘਰ ਆਇਆ। ਕਾਦਰ ਹੋਏ ਕੁਦਰਤ ਕਰੇ, ਇਹ ਭੇ ਕੁਦਰਤ ਸਾਂਗ ਬਣਾਇਆ। ਇਕ ਨਾ ਜੋੜ ਵਿਛੋੜ ਦਾ, ਚਿਰੀ ਵਿਛੁੰਨੇ ਆਣ ਮਿਲਾਇਆ। ਸਾਧ ਸੰਗਤ ਵਿੱਚ ਅਲਖ ਲਖਾਇਆ, ਸਾਧ ਸੰਗਤ ਵਿੱਚ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 26ਵੀਂ ਵਾਰ ਦੀ 21ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋ ਰਹੀ ਹੈ। ਇਸ 21ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦੇ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ, ਸਿੱਧਨਾਥ ਅਵਤਾਰ ਸਭ, ਗੋਸ਼ਟ ਕਰ ਕਰ ਕੰਨ ਫੜਾਇਆ। ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਨਾਲ, ਨਾਥਾਂ ਦੇ ਨਾਲ, ਇਹ ਜਿੰਨੇ ਵੀ ਹੋਏ ਸਿੱਧ ਨਾਥ ਇਤਿਆਦਿਕ ਅਵਤਾਰੀ ਪੁਰਸ਼, ਸਾਰਿਆਂ ਦੇ ਨਾਲ ਚਰਚਾ ਕਰ ਕਰਕੇ ਮਹਾਰਾਜ ਜੀ ਨੇ ਕੰਨ ਫੜਾਇਆ। ਉਹਨਾਂ ਦੇ ਕੰਨ ਫੜਾਏ, ਭਾਵ ਵੀ ਸਾਰਿਆਂ ਨੂੰ ਹੀ ਆਪਣੇ ਅਧੀਨ ਕਰ ਲਿਆ। ਸਿੱਧਾਂ ਦੇ ਨਾਲ ਸਤਿਗੁਰੂ ਦੀ ਚਰਚਾ ਹੁੰਦੀ ਆ, ਆਪਾਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ, ਇਹ ਸਿੱਧਾਂ ਦੇ ਨਾਲ ਚਰਚਾ ਹੋਈ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀਆਂ ਬਹੁਤੀਆਂ ਪੌੜੀਆਂ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ ਹਨ। ਮਹਾਰਾਜ ਜੀ ਨੇ ਜਦੋਂ ਚਰਚਾ ਕੀਤੀ ਹੈ ਤਾਂ ਸਾਰਿਆਂ ਦੇ ਕੰਨ ਫੜਾ ਦਿੱਤੇ। ਕੰਨਾਂ ਨੂੰ ਹੱਥ ਲਾ ਕੇ ਉਹਨਾਂ ਨੂੰ ਇਹ ਕਹਿਣਾ ਪਿਆ, ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੋ ਮਹਾਰਾਜ ਜੀ ਹਜੂਰ ਸਾਰਿਆਂ ਨੂੰ ਚਰਚਾ ਦੇ ਵਿੱਚ ਜਿੱਤੇ ਨੇ। ਕੋਈ ਵੀ ਚਰਚਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਹਰਾ ਨਹੀਂ ਸਕਿਆ। ਭਾਵੇਂ ਵੱਡੇ ਵਿਦਵਾਨ ਸਨ, ਪਰ ਮਹਾਰਾਜ ਦੇ ਅੱਗੇ ਸਾਰੇ ਹੀ ਝੁਕੇ ਨੇ। ਕੋਈ ਤਾਕਤਾਂ ਵਾਲਾ ਸੀ, ਉਹ ਵੀ ਝੁਕਿਆ ਹੈ। ਬਾਬਰ ਕੇ ਬਾਬੇ ਮਿਲੇ, ਨਿਵ ਨਿਵ ਸਭ ਨਵਾਬ ਨਿਵਾਇਆ। ਬਾਬਰ ਕੇ,
ਜਿਹੜੇ ਬਾਬਰ ਕੇ ਨੇ, ਭਾਵ ਬਾਬਰ ਆਪ, ਮੁਗਲ ਹਕੂਮਤ ਅਤੇ ਉਹਨਾਂ ਦੇ ਜਿੰਨੇ ਵੀ ਨਵਾਬ ਨੇ, ਮੁਸਾਹਿਬ, ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਨਿਉ ਕੇ ਮਿਲੇ ਨੇ, ਝੁਕ ਕੇ ਮਿਲੇ ਨੇ, ਸਤਿਗੁਰੂ ਨੂੰ ਨਮਸਕਾਰਾਂ ਕੀਤੀਆਂ ਨੇ। ਬਾਬਰ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਵਿਚਾਰ ਸੁਣੀ, ਸਤਿਗੁਰੂ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਨੇ ਬਾਬਰ ਦੀ ਕੈਦ ਦੇ ਵਿੱਚੋਂ ਕੈਦੀਆਂ ਨੂੰ ਰਿਹਾ ਕਰਵਾਇਆ। ਗੁਰੂ ਨਾਨਕ ਸਾਹਿਬ ਅਤੇ ਬਾਬਰ ਦੀ ਗੋਸ਼ਟੀ ਹੋਈ। ਸਤਿਗੁਰੂ ਤੋਂ ਵਿਚਾਰ ਸੁਣ ਕੇ ਮਹਾਰਾਜ ਦੇ ਅੱਗੇ ਝੁਕ ਗਿਆ। ਬਾਬਰ ਸ਼ਰਾਬ ਬਹੁਤ ਪੀਂਦਾ ਸੀ। ਸ਼ਰਾਬ ਦਾ ਪਿਆਲਾ ਸਤਿਗੁਰੂ ਨੇ ਅੱਗੇ ਕੀਤਾ। ਵਾਹਿਗੁਰੂ ਸ਼ਰਾਬ ਦਾ ਪਿਆਲਾ ਸਤਿਗੁਰੂ ਦੇ ਅੱਗੇ ਕੀਤਾ ਅਤੇ ਮਹਾਰਾਜ ਕਹਿੰਦੇ, ਨਹੀਂ ਬਾਬਰ, ਅਸੀਂ ਇਹ ਨਹੀਂ ਪੀਂਦੇ। ਕਹਿੰਦਾ, ਪੀ ਲਵੋ, ਮਸਤੀ ਚੜ੍ਹ ਜਾਏਗੀ। ਸਤਿਗੁਰੂ ਕਹਿੰਦੇ, ਕਿੰਨਾ ਕੁ ਚਿਰ ਰਹੇਗੀ? ਕਹਿੰਦਾ, ਬਸ 2-3 ਘੰਟੇ। ਮਹਾਰਾਜ ਕਹਿੰਦੇ, ਫਿਰ? ਕਹਿੰਦਾ, ਫਿਰ ਕਿਹੜੀ ਇਹ ਮੁੱਕ ਚੱਲੀ ਹੈ, ਫਿਰ ਹੋਰ ਪਿਆਲਾ ਭਰ ਕੇ ਪੀ ਲਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਬਾਬਰ, ਤੇਰੇ ਤੇ ਮੇਰੇ ਪੀਣ ਦੇ ਵਿੱਚ ਫਰਕ ਹੈ। ਤੂੰ ਇਹ ਸ਼ਰਾਬ ਪੀਨਾ ਹੈ, ਸਰੀਰ ਦੀ ਸੁੱਧ ਭੁੱਲਦੀ ਹੈ, ਅਤੇ ਅਸੀਂ ਜੋ ਨਾਮ ਦੀ ਸ਼ਰਾਬ ਪੀਂਦੇ ਹਾਂ, ਬੰਦਾ ਆਤਮਿਕ ਜੀਵਨ ਜਿਉਂਦਾ ਹੈ ਅਤੇ ਨਾਮ ਦੇ ਵਿੱਚ ਖੀਵਾ ਮਸਤ ਹੋ ਜਾਂਦਾ ਹੈ। ਜਨਮ ਸਾਖੀ ਦੇ ਸ਼ਬਦ ਹਨ, ਮਦਰਾ ਭਾਂਗ ਅਫੀਮ ਮਦ, ਉਤਰ ਜਾਤ ਪ੍ਰਭਾਤ, ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ। ਤੋ ਬਾਬਰ ਕੇ ਮਿਲੇ ਹੈ ਸਤਿਗੁਰੂ ਨੂੰ, ਅਤੇ ਜਿੰਨੇ ਨਵਾਬ ਸਾਰੇ ਝੁਕ ਕੇ ਮਿਲੇ ਹੈ। ਸਤਿਗੁਰੂ ਨੇ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਝੁਕਾਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪਤ ਸਾਹਾ ਮਿਲ ਵਿਛੜੇ, ਜੋਗ ਭੋਗ ਛੱਡ ਚਲਤ ਰਚਾਇਆ। ਸਤਿਗੁਰੂ ਜੀ ਪਾਤਸ਼ਾਹਾਂ ਦੇ ਮਿਲਣ ਤੋਂ ਵਿਛੜ ਗਏ, ਭਾਵ ਕਿਸੇ ਦੀ ਕਾਨ ਕਨੌੜ ਨਹੀਂ ਮੰਨੀ ਮਹਾਰਾਜ ਨੇ। ਜੇ ਕਿਸੇ ਨੇ ਹਕੂਮਤ ਦੇ ਨਸ਼ੇ ਵਿੱਚ ਕਿਹਾ ਮੈਂ ਮਿਲਣਾ ਚਾਹੁੰਦਾ, ਸਤਿਗੁਰੂ ਨੇ ਕਿਹਾ ਮੈਂ ਨਹੀਂ ਮਿਲਣਾ। ਸੋ ਪਾਤਸ਼ਾਹਾਂ ਦੇ ਮਿਲਣ ਤੋਂ ਵਿਛੜ ਗਏ। ਜੋਗ ਭੋਗ ਛੱਡ, ਅਤੇ ਜੋਗ ਭੋਗ ਨੂੰ ਛੱਡ ਕੇ ਮਹਾਰਾਜ ਜੀ ਨੇ ਚਲਤ ਰਚਾਇਆ, ਨਵਾਂ ਕੌਤਕ ਰਚਿਆ। ਭਾਵ ਇਹ ਹੈ ਵੀ ਸੰਸਾਰ ਦੇ ਉਧਾਰ ਦੇ ਵਾਸਤੇ ਕੰਮ ਕਾਰ ਤਿਆਗ ਕੇ, ਜੋਗ ਭੋਗ ਛੱਡ ਕੇ ਸੱਚੇ ਪਾਤਸ਼ਾਹ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕੀਤਾ। ਮਹਾਰਾਜ ਜੀ ਆਪ ਚੱਲ ਕੇ ਗਏ, ਉਪਦੇਸ਼ ਦਿੱਤਾ, ਪ੍ਰੇਮਾ ਭਗਤੀ ਦ੍ਰਿੜ ਕਰਵਾਈ। ਐਸਾ ਪਰ ਉਪਕਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਦੀਨ ਦੁਨੀਆ ਦਾ ਪਾਤਸ਼ਾਹ, ਬੇਮੋਹਤਾਜ ਰਾਜ ਘਰ ਆਇਆ। ਦੀਨ ਦੁਨੀਆ ਦਾ ਪਾਤਸ਼ਾਹ ਹੈ ਕੌਣ? ਧੰਨ ਗੁਰੂ ਨਾਨਕ ਸਾਹਿਬ ਜੀ। ਦੀਨ ਦੁਨੀਆ ਦਾ ਪਾਤਸ਼ਾਹ ਸਤਿਗੁਰੂ ਬੇਮੁਹਤਾਜ ਹੋ ਕੇ, ਕਿਸੇ ਦੀ ਮੁਥਾਜਗੀ ਨਹੀਂ, ਕਿਸੇ ਦੇ ਅਧੀਨ ਨਹੀਂ, ਰਾਜ ਕਰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਗਿਆਨ ਦੇ ਘਰ ਵਿੱਚ ਆਏ। ਭਾਵ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਸੰਸਾਰ ਦੇ ਭਲੇ ਵਾਸਤੇ। ਅਰਬੀ ਬਾਣੀ ਉਚਾਰ ਕੇ ਸ਼ਬਦ ਦੇ ਲੜ ਲਾਇਆ ਸਾਰਿਆਂ ਨੂੰ, ਅਤੇ ਪ੍ਰੇਮਾ ਭਗਤੀ ਕਰਨ ਦਾ ਉਪਦੇਸ਼ ਦਿੱਤਾ, ਨਾਮ ਜਪਣ ਦਾ ਉਪਦੇਸ਼ ਦਿੱਤਾ। ਕਾਦਰ ਹੋਏ ਕੁਦਰਤ ਕਰੇ, ਇਹ ਭੇ ਕੁਦਰਤ ਸਾਂਗ ਬਣਾਇਆ। ਜੋ ਅਕਾਲ ਪੁਰਖ ਹੈ, ਕਾਦਰ ਹੋਏ, ਉਹ ਕਾਦਰ ਹੋ ਕੇ ਭਾਵ ਕਰਤਾ ਹੋ ਕੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਕਾਦਰ ਹੋਏ ਕੁਦਰਤ ਕਰੇ, ਕਰਤਾ ਹੋ ਕੇ ਇਹ ਸਾਰੀ ਕੁਦਰਤ ਦੀ ਉਹ ਰਚਨਾ ਕਰਦਾ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਇਹ ਭੇ ਕੁਦਰਤ ਸਾਂਗ ਬਣਾਇਆ। ਇਹ ਵੀ ਉਸ ਦੀ ਰਚਨਾ ਦਾ ਸਾਂਗ ਸਰੂਪ ਉਸ ਨੇ ਬਣਾਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸਵਰੂਪ ਕਰਤੇ ਪੁਰਖ ਨੇ ਧਾਰਨ ਕੀਤਾ ਹੈ। ਇਹ ਵੀ ਉਹਦਾ ਸਾਂਗ ਹੈ, ਇਹ ਉਹਦੀ ਖੇਡ ਹੈ, ਜੋ ਮਾਲਕ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਜੀ ਵਾਲਾ ਸਵਰੂਪ ਧਾਰਿਆ।
ਇਕ ਨਾ ਜੋੜ ਵਿਛੋੜਦਾ, ਚਿਰੀ ਵਿਛੁੰਨੇ ਆਣ ਮਿਲਾਇਆ। ਗੁਰੂ ਨਾਨਕ ਸਾਹਿਬ ਜੀ ਕੈਸੇ ਹਨ? ਇੱਕ ਨਾ ਜੋੜ ਵਿਛੋੜਦਾ। ਇੱਕ ਨਾ ਨੂੰ ਭਾਵ ਕਈਆਂ ਨੂੰ ਸਤਿਗੁਰੂ ਜੀ ਜੋੜਦੇ ਹੈ ਅਤੇ ਕਈਆਂ ਨੂੰ ਵਿਛੋੜਦੇ ਹੈ। ਇੱਕ ਨਾ ਜੋੜ ਕਿਹਨਾਂ ਨੂੰ? ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਹੀ ਜਗਿਆਸੂਆਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਿਆ। ਵਿਛੋੜਦਾ ਅਤੇ ਪਾਪੀ ਜਿਹੜੇ ਸਨ ਉਹਨਾਂ ਨੂੰ ਵਿਸ਼ਿਆਂ ਨਾਲੋਂ ਵਿਛੋੜ ਦਿੱਤਾ, ਪਾਪੀਆਂ ਨੂੰ ਵਿਸ਼ਿਆਂ ਤੋਂ ਦੂਰ ਕਰ ਦਿੱਤਾ। ਚਿਰੀ ਵਿਛੁੰਨੇ ਆਣ ਮਿਲਾਇਆ। ਅਤੇ ਜਿਹੜੇ ਸਾਧਕ ਲੋਕ ਸਨ, ਸਾਧਨਾ ਕਰਨ ਵਾਲੇ, ਚਿਰ ਤੋਂ ਵਿਛੜੇ ਹੋਏ ਪ੍ਰਭੂ ਪਰਮਾਤਮਾ ਤੋਂ ਆਣ ਮਿਲਾਇਆ। ਉਹਨਾਂ ਨੂੰ ਲਿਆ ਕੇ ਪ੍ਰਭੂ ਦੇ ਨਾਲ ਸਤਿਗੁਰੂ ਨੇ ਮੇਲ ਦਿੱਤਾ। ਸਾਧ ਸੰਗਤ ਵਿੱਚ ਅਲਖ ਲਖਾਇਆ। ਸੋ ਜਿਹੜੇ ਜਗਿਆਸੂ ਸਾਧ ਸੰਗਤ ਦੇ ਵਿੱਚ ਆ ਗਏ, ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ, ਅਲਖ ਲਖਾਇਆ। ਉਹਨਾਂ ਨੂੰ ਅਲਖ ਸਰੂਪ ਪਰਮਾਤਮਾ ਜਣਾ ਦਿੱਤਾ, ਪਰਮੇਸ਼ਰ ਬਾਰੇ ਉਹਨਾਂ ਨੂੰ ਜਣਾ ਦਿੱਤਾ। ਸਤਿਗੁਰੂ ਨੇ ਐਸੀ ਰਹਿਮਤ ਕੀਤੀ ਹੈ। ਇਸ ਤੋਂ ਅੱਗੇ 22ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹਨ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਸਤਿਗੁਰ ਪੂਰਾ ਸਾਹੋ ਹੈ, ਤ੍ਰਿਭਵਨ ਜਗ ਤਿਸ ਦਾ ਵਣਜਾਰਾ। ਪਾਠ ਸਤਿਗੁਰ ਹੈ। ਸਤਿਗੁਰ ਪੂਰਾ ਸਾਹੋ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੂਰੇ ਪਾਤਸ਼ਾਹ ਹਨ। ਤ੍ਰਿਭਵਨ ਜਗ ਤਿਸ ਦਾ ਵਣਜਾਰਾ। ਅਤੇ ਤਿੰਨੇ ਭਵਨ, ਇਹ ਜਗਤ, ਤਿੰਨੇ ਲੋਕ ਜਿਹੜੇ ਨੇ ਸਤਿਗੁਰੂ ਜੀ ਦੇ ਵਣਜਾਰੇ ਹਨ, ਵਪਾਰੀ ਹਨ। ਮਹਾਰਾਜ ਦੇ ਕੋਲ ਆਉਂਦੇ ਹੈ, ਨਾਮ ਦੀ ਵਸਤੂ ਪ੍ਰਾਪਤ ਕਰਕੇ ਵਣਜ ਕਰਦੇ ਹੈ। ਰਤਨ ਪਦਾਰਥ ਬੇਸੁਮਾਰ, ਭਾਉ ਭਗਤ ਲਖ ਭਰੇ ਭੰਡਾਰਾ। ਜਿਵੇਂ ਪਾਤਸ਼ਾਹਾਂ ਦੇ ਘਰ ਦੇ ਵਿੱਚ ਰਤਨਾਂ ਪਦਾਰਥਾਂ ਦੇ ਭੰਡਾਰ ਭਰੇ ਹੁੰਦੇ ਹੈ। ਰਤਨ ਪਦਾਰਥ ਜਿਹੜੇ ਨੇ ਉਹ ਚੱਕਰਵਰਤੀ ਪਾਤਸ਼ਾਹ ਜਿਹੜੇ ਰਾਜੇ ਨੇ ਨਾ, ਉਹਨਾਂ ਦੇ ਘਰੇ ਪਦਾਰਥਾਂ ਦੇ, ਰਤਨਾਂ ਦੇ ਭੰਡਾਰੇ ਭਰੇ ਹੁੰਦੇ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਨਾਮ ਦੇ ਭੰਡਾਰੇ ਭਰੇ ਨੇ, ਪ੍ਰੇਮਾ ਭਗਤੀ ਦੇ ਭੰਡਾਰੇ ਭਰੇ ਪਏ ਨੇ, ਔਰ ਇਹ ਲੱਖਾਂ ਹੀ ਭੰਡਾਰੇ ਭਰੇ ਹੋਏ ਨੇ। ਪਾਰ ਜਾਤ ਲਖ ਬਾਗ ਵਿੱਚ, ਕਾਮ ਧੇਣ ਦੇ ਵਗ ਹਜ਼ਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਧ ਸੰਗਤ ਰੂਪੀ ਬਾਗ ਦੇ ਵਿੱਚ, ਸਤਿਗੁਰੂ ਦੇ ਸਤ ਸੰਗਤ ਰੂਪੀ ਬਾਗ ਦੇ ਵਿੱਚ ਲੱਖਾਂ ਹੀ ਪਾਰਜਾਤ, ਲੱਖਾਂ ਹੀ ਕਲਪ ਬ੍ਰਿਸ਼ ਹਨ। ਅਤੇ ਕਾਮ ਧੇਨ ਗਊਆਂ ਦੇ ਹਜ਼ਾਰਾਂ ਹੀ ਵਗ ਫਿਰਦੇ ਹੈ। ਉਹ ਤਾਂ ਇੱਕ ਕਾਮ ਧੇਨ ਨੂੰ ਚੇਤੇ ਕਰਦੇ ਹੈ, ਇੱਕ ਕਲਪ ਬ੍ਰਿਸ਼ ਦੇ ਪਿੱਛੇ ਪਏ ਹੈ, ਪ੍ਰਾਪਤ ਹੋ ਜਾਵੇ, ਇੱਛਾਵਾਂ ਪੂਰੀਆਂ ਹੋਣਗੀਆਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਤਿਗੁਰੂ ਜੀ ਦੀ ਸਤ ਸੰਗਤ ਜਿਹੜੀ ਹੈ ਨਾ, ਇਹ ਬਾਗ ਹੈ। ਇਸ ਸਤ ਸੰਗਤ ਰੂਪੀ ਬਾਗ ਦੇ ਵਿੱਚ ਲੱਖਾਂ ਹੀ ਕਲਪ ਬ੍ਰਿਸ਼ ਹਨ। ਲੱਖਾਂ ਹੀ ਐਸੀ ਕਰਨੀ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ ਮਨ ਇਛਤ ਫਲ ਦੇ ਦਿੰਦੇ ਨੇ। ਕਾਮ ਧੇਨ ਗਾਵਾਂ ਦੇ ਹਜ਼ਾਰਾਂ ਹੀ ਵੱਗ ਹਨ ਸਤਿਗੁਰੂ ਜੀ ਦੀ ਸੰਗਤ ਦੇ ਵਿੱਚ, ਜਿੱਥੋਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਗੁਰੂ ਦੀ ਸੰਗਤ ਐਸੀ ਹੈ, ਸੋ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਦੀ ਹੈ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਪਰਮਾਤਮਾ ਦਾ ਨਾਮ ਪਾਰ ਜਾਤ ਹੈ, ਅਤੇ ਲੱਖਾਂ ਹੀ ਸਿੱਖ ਜਪਣ ਵਾਲੇ ਨੇ ਨਾਮ, ਤੋ ਲੱਖਾਂ ਹੀ ਪਾਰ ਜਾਤ ਹਨ। ਕਾਮ ਧੇਨ ਹਰ ਹਰ ਗੁਣ ਗਾਮ। ਹਰੀ ਦੇ ਗੁਣ ਗਾਉਣੇ ਇਹੀ ਕਾਮ ਧੇਨ ਹੈ। ਸੋ ਲੱਖਾਂ ਹੀ ਗੁਰੂ ਕੇ ਸਿੱਖ ਗਾਉਂਦੇ ਹੈ, ਹਜ਼ਾਰਾਂ ਗਾਉਂਦੇ ਹੈ। ਸੋ ਗੁਰੂ ਕੇ ਸਿੱਖ ਨਾ ਪਾਰ ਜਾਤ ਦੀ ਇੱਛਾ ਕਰਦੇ, ਨਾ ਕਾਮ ਧੇਨ ਦੀ।
ਸਤ ਸੰਗਤ ਦੇ ਵਿੱਚੋਂ ਸਾਰਾ ਕੁਝ ਮਿਲ ਜਾਂਦਾ ਹੈ। ਲਖਮੀਆਂ ਲਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ। ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਲੱਖਾਂ ਹੀ ਲਛਮੀਆਂ ਟਹਿਲ ਕਰਨ ਵਾਲੀਆਂ, ਸੇਵਾ ਕਰਨ ਵਾਲੀਆਂ ਇਹ ਗੋਲੀਆਂ ਹਨ। ਪਾਰਸ ਦੇ ਪਰਬਤ ਅਪਾਰਾ, ਅਤੇ ਪਾਰਸ ਦੇ ਬੇਅੰਤ ਪਰਬਤ ਹਨ। ਲੋਕੀ ਜਿਹੜੇ ਨੇ ਨਾ ਉਹ ਲਛਮੀ ਦੀ ਪੂਜਾ ਕਰਦੇ ਹੈ, ਪਰ ਸਤਿਗੁਰੂ ਦੇ ਦਰਬਾਰ ਦੇ ਵਿੱਚ ਲੱਖਾਂ ਹੀ ਲਛਮੀਆਂ ਗੋਲੀਆਂ ਬਣ ਕੇ ਸੇਵਾ ਕਰਦੀਆਂ ਨੇ। ਲੋਕੀ ਪਾਰਸ ਨੂੰ ਚਾਹੁੰਦੇ ਹੈ। ਮਹਾਰਾਜ ਜੀ ਦੀ ਸਤ ਸੰਗਤ ਦੇ ਵਿੱਚ ਪਾਰਸ ਦੇ ਪਰਬਤ ਅਪਾਰਾ, ਬੇਅੰਤ ਹੀ ਪਾਰਸ ਦੇ ਪਰਬਤ ਹਨ। ਲਖ ਅੰਮ੍ਰਿਤ ਲਖ ਇੰਦਰ ਲੈ, ਹੋਏ ਸਕੈ ਛਿੜਕਨ ਦਰਬਾਰਾ। ਲੱਖਾਂ ਹੀ ਇੰਦਰ ਮਹਾਰਾਜ ਦੇ ਸਤ ਸੰਗਤ ਦਰਬਾਰ ਦੇ ਵਿੱਚ ਲੱਖਾਂ ਅੰਮ੍ਰਿਤ ਲੈ ਕੇ ਹੋਏ ਸਕੈ, ਸਕੈ ਦਾ ਅਰਥ ਹੁੰਦਾ ਮਾਸ਼ਕੀ, ਮਾਸ਼ਕੀ ਬਣ ਕੇ ਅਤੇ ਇਹ ਅੰਮ੍ਰਿਤ ਛਿੜਕਦੇ ਆ ਗੁਰੂ ਦੇ ਦਰਬਾਰ ਦੇ ਵਿੱਚ। ਜਿਵੇਂ ਮਸ਼ਕ ਦੇ ਵਿੱਚ ਪਾਣੀ ਭਰਿਆ ਹੁੰਦਾ ਹੈ, ਇਸ ਤਰ੍ਹਾਂ ਗੁਰੂ ਦਰਬਾਰ ਦੇ ਵਿੱਚ ਲੱਖਾਂ ਹੀ ਇੰਦਰ, ਲੱਖਾਂ ਹੀ ਅੰਮ੍ਰਿਤ ਮਾਸ਼ਕੀ ਬਣ ਕੇ ਛਿੜਕਦੇ ਹੈ। ਭਾਵ ਗੁਰੂ ਦੇ ਦਰ ਦੇ ਇਹ ਤਾਬੇਦਾਰ ਸੇਵਾ ਕਰਦੇ ਹੈ। ਤੋ ਸਿੱਖ ਜਿਹੜਾ ਨਾ ਕਿਸੇ ਇੰਦਰ ਨੂੰ, ਕਿਸੇ ਦੇਵੀ ਦੇਵਤੇ ਉਹਦੀ ਆਰਾਧਨਾ ਨਹੀਂ ਕਰਦਾ, ਗੁਰੂ ਦੀ ਸਤ ਸੰਗਤ ਵਿੱਚ ਆਉਂਦਾ ਹੈ। ਸੂਰਜ ਚੰਦ ਚਰਾਗ ਲਖ, ਰਿੱਧ ਸਿੱਧ ਨਿੱਧ ਬੋਹਲ ਅੰਬਾਰਾ। ਸੂਰਜ ਚੰਦਰਮਾ ਵਰਗੇ ਲੱਖਾਂ ਹੀ ਦੀਵੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪ੍ਰਕਾਸ਼ ਕਰਦੇ, ਚਾਨਣ ਕਰਦੇ ਹੈ। ਅਤੇ ਮਹਾਰਾਜ ਦੇ ਦਰ 'ਤੇ ਰਿੱਧੀਆਂ ਸਿੱਧੀਆਂ ਨਿੱਧੀਆਂ ਦੇ ਬੋਲ ਲੱਗੇ ਹੋਏ, ਢੇਰ ਲੱਗੇ ਨੇ। ਇੱਥੋਂ ਸਾਰੀਆਂ ਹੀ ਦਾਤਾਂ ਮਿਲਦੀਆਂ ਨੇ। ਸਾਰੇ ਗੁਰੂ ਦਰਬਾਰ ਦੀ ਸੇਵਾ ਕਰਦੇ ਹੈ। ਸੋ ਜਿਹੜੇ ਗੁਰੂ ਕੇ ਸਿੱਖ ਨੇ ਨਾ ਲੱਖਾਂ, ਇਹ ਸੂਰਜ ਚੰਦ ਵਾਂਗ ਚਾਨਣ ਕਰਨ ਵਾਲੇ, ਪ੍ਰਕਾਸ਼ ਕਰਨ ਵਾਲੇ। ਇਹ ਐਸੇ ਸੂਰਜ ਚੰਦ ਹਨ ਜਿਹੜੇ ਜਗਿਆਸੂਆਂ ਦੇ ਹਿਰਦਿਆਂ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੰਦੇ। ਇਸ ਲਈ ਸਿੱਖ ਨਾ ਸੂਰਜ ਨੂੰ ਮੱਥਾ ਟੇਕਦਾ, ਨਾ ਚੰਦਰਮਾ ਨੂੰ। ਕਿਹਨੂੰ ਮੱਥਾ ਟੇਕਦਾ ਹੈ? ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਸੂਰਜਾਂ ਦਾ ਵੀ ਸੂਰਜ, ਚੰਦਰਮਾ ਦਾ ਵੀ ਚੰਦਰਮ। ਜਿਹਨੇ ਸੂਰਜ ਅਤੇ ਚੰਦਰਮਾ ਨੂੰ ਪ੍ਰਕਾਸ਼ ਦਿੱਤਾ ਹੈ, ਅਕਾਲ ਪੁਰਖ ਪਰਮਾਤਮਾ, ਉਹਨੂੰ ਨਮਸਕਾਰ ਕਰਦਾ ਹੈ। ਸੋ ਗੁਰੂ ਦੇ ਦਰਬਾਰ ਦੇ ਵਿੱਚ ਤਾਂ ਬੜੀਆਂ ਵੱਡੀਆਂ ਰਹਿਮਤਾਂ ਹਨ। ਇੱਥੇ ਰਿੱਧੀਆਂ ਸਿੱਧੀਆਂ ਨਿੱਧੀਆਂ ਦੇ ਬੋਲ ਲੱਗੇ ਹੈ, ਢੇਰ ਲੱਗੇ ਹੈ। ਸਭੇ ਵੰਡ ਵੰਡ ਦਿੱਤੀਓਨ, ਭਾਉ ਭਗਤ ਕਰ ਸੱਚ ਪਿਆਰਾ। ਦਿੱਤੀਓਨ, ਦੱਦੇ ਨੂੰ ਸਿਹਾਰੀ, ਤੱਤੇ ਨੂੰ ਬਿਹਾਰੀ, ਇਸ ਤਰ੍ਹਾਂ ਇਹ ਪਾਠ ਹੈ। ਭਾਈ ਗੁਰਦਾਸ ਸਾਹਿਬ ਨੂੰ ਪੁੱਛੀਏ ਵੀ ਸਤਿਗੁਰੂ ਜੀ ਨੇ ਜਿਹੜੀਆਂ ਦਾਤਾਂ ਨੇ ਇਹ ਆਪਣੇ ਕੋਲ ਰੱਖੀਆਂ ਨੇ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਹੀਂ, ਗੁਰੂ ਨੇ ਇਹ ਸਾਰੀਆਂ ਦਾਤਾਂ ਕੋਲ ਨਹੀਂ ਰੱਖੀਆਂ। ਸਭੇ ਵੰਡ ਵੰਡ ਦਿੱਤੀਓਨ, ਇਹ ਸਾਰੀਆਂ ਦਾਤਾਂ ਸਤਿਗੁਰੂ ਜੀ ਨੇ ਵੰਡ ਵੰਡ ਕੇ ਦੇ ਦਿੱਤੀਆਂ। ਕਿਹਨਾਂ ਨੂੰ? ਭਾਉ ਭਗਤ ਕਰ ਸੱਚ ਪਿਆਰਾ। ਜਿਹੜੇ ਪ੍ਰੇਮਾ ਭਗਤੀ ਅਤੇ ਸੱਚ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹਨ, ਉਹਨਾਂ ਨੂੰ ਮਹਾਰਾਜ ਨੇ ਸਾਰੀਆਂ ਦਾਤਾਂ ਦੇ ਦਿੱਤੀਆਂ। ਉਹਨਾਂ ਦੀਆਂ ਝੋਲੀਆਂ ਦਾਤਾਂ ਦੇ ਨਾਲ ਭਰ ਦਿੱਤੀਆਂ। ਭਗਤ ਵਸ਼ਲ ਸਤਿਗੁਰ ਨਿਰੰਕਾਰਾ, ਨਿਰੰਕਾਰ ਸਵਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਭਗਤਾਂ ਪਿਆਰਿਆਂ ਗੁਰਸਿੱਖਾਂ ਦੇ ਪਿਆਰੇ ਹਨ। ਗੁਰਸਿੱਖ ਸਤਿਗੁਰੂ ਨੂੰ ਪਿਆਰ ਕਰਦੇ ਹੈ ਅਤੇ ਸਤਿਗੁਰ ਗੁਰਸਿੱਖਾਂ ਨੂੰ ਪਿਆਰ ਕਰਦੇ ਹਨ। ਸੋ ਗੁਰੂ ਅਤੇ ਸਿੱਖ ਦਾ ਆਪਸੀ ਬਹੁਤ ਪਿਆਰ ਹੈ। 23ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਪੁਰਾਣਕ ਕਥਾ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਦੀ ਉਸਤਤ ਕਰਦੇ ਹੈ। ਜਿਵੇਂ ਖੀਰ ਸਮੁੰਦਰ ਦੇ ਵਿੱਚੋਂ ਇਹ ਪੌਰਾਣਿਕ ਕਥਾ ਹੈ, 14 ਰਤਨ ਨਿਕਲੇ ਸਨ। ਕਹਿੰਦੇ ਗੁਰੂ ਸਮੁੰਦਰ ਦੇ ਵਿੱਚ
ਕੋਈ ਗਿਣਤੀ ਨਹੀਂ ਕਿੰਨੇ ਕੁ ਰਤਨ ਹੀਰੇ ਜਵਾਹਰਾਤ ਹਨ। ਮਹਾਰਾਜ ਆਪਣੇ ਸਿੱਖਾਂ ਨੂੰ ਵੰਡਦੇ ਆ, ਸਿੱਖਾਂ ਦੀਆਂ ਝੋਲੀਆਂ ਭਰ ਦਿੰਦੇ ਆ ਹੀਰੇ ਰਤਨਾਂ ਜਵਾਹਰਾਤਾਂ ਦੇ ਨਾਲ। ਖੀਰ ਸਮੁੰਦ ਵਿਰੋਲ ਕੈ ਕੱਢ ਰਤਨ 14 ਵੰਡ ਲੀਤੇ। ਖੀਰ ਸਮੁੰਦ, ਪਾਠ ਸਮੁੰਦ ਹੈ। ਖੀਰ ਸਮੁੰਦਰ ਨੂੰ ਰਿੜਕ ਕੇ ਦੇਵਤਿਆਂ ਤੇ ਰਾਖਸ਼ਾਂ ਨੇ 14 ਰਤਨ ਕੱਢ ਕੇ ਉਹਨਾਂ ਨੂੰ ਆਪਸ ਵਿੱਚ ਆਪੋ ਵਿੱਚ ਵੰਡ ਲਿਆ। ਮਣ ਲਖਮੀ ਪਾਰ ਜਾਤ ਸੰਖ ਸਾਰੰਗ ਧਨੁਖ ਬਿਸਨ ਵਸ ਕੀਤੇ। ਹੁਣ ਉਹਨਾਂ ਦੀ ਵੰਡ ਜਿਵੇਂ ਜਿਵੇਂ ਹੋਈ, ਭਾਈ ਗੁਰਦਾਸ ਸਾਹਿਬ ਜੀ ਦੱਸਦੇ ਨੇ, ਮਣ ਲਖਮੀ ਪਾਰ ਜਾਤ ਸੰਖ ਕੌਸਤਭ ਮਣੀ, ਔਰ ਇਸੇ ਤਰ੍ਹਾਂ ਜਿਹੜੀ ਲక్ష్ਮੀ ਕਲਪ ਬ੍ਰਿਛ ਔਰ ਸੰਖ ਗਾਂਡੀਵ ਨਾਮੇ ਜੋ ਸੰਖ ਤੇ ਸਾਰੰਗ ਧਨੁਖ, ਇਹ ਜਿਹੜੀਆਂ ਨਾ 5 ਚੀਜ਼ਾਂ, ਇਹ 5 ਰਤਨ ਇਹ ਵਿਸ਼ਨੂੰ ਨੇ ਆਪਣੇ ਵਸ ਵਿੱਚ ਕਰ ਲਏ, ਇਹ ਆਪ ਲੈ ਲਏ ਵਿਸ਼ਨੂੰ ਨੇ। ਕਾਮ ਧੇਣ ਤੇ ਅਪਛਰਾਂ ਐਰਾਪਤ ਇੰਦਰਾਸਣ ਸੀਤੇ। ਕਾਮ ਧੇਨ ਗਾਂ ਤੇ ਰੰਭਾ ਅਪਛਰਾਂ ਤੇ ਐਰਾਵਤ ਹਾਥੀ, ਇਹ ਤਿੰਨੇ ਜਿਹੜੇ ਰਤਨ ਸੀ ਇਹ ਇੰਦਰ ਨੇ ਸੀਤੇ ਸੰਭਾਲ ਲਏ, ਇਹ ਉਹਦੇ ਹਿੱਸੇ ਆ ਗਏ। ਕਾਲਕੂਟ ਤੇ ਅਰਧ ਚੰਦ ਮਹਾਦੇਵ ਮਸਤਕ ਧਰ ਪੀਤੇ। ਕਾਲਕੂਟ ਜ਼ਹਿਰ ਨਿਕਲਿਆ ਤੇ ਅਰਧ ਚੰਦ, ਅੱਧਾ ਚੰਦਰਮਾ ਭਾਵ ਦੂਜ ਦਾ ਚੰਦ, ਇਹ ਜਿਹੜੇ ਦੋਵੇਂ ਰਤਨ ਸੀ ਇਹ ਸ਼ਿਵ ਜੀ ਨੇ ਪ੍ਰੀਤ ਦੇ ਨਾਲ ਆਪਣੇ ਮਸਤਕ 'ਤੇ ਧਾਰਨ ਕਰ ਲਏ। ਕਾਲਕੂਟ ਜੋ ਜ਼ਹਿਰ ਸੀ ਉਹ ਕੰਠ ਵਿੱਚ ਧਾਰਨ ਕਰ ਲਿਆ, ਔਰ ਜਿਹੜਾ ਦੂਜ ਦਾ ਚੰਦ ਇਹ ਮਸਤਕ 'ਤੇ ਧਾਰ ਲਿਆ। ਇਹ ਪੌਰਾਣਿਕ ਕਥਾ ਹੈ। ਭਾਈ ਗੁਰਦਾਸ ਜੀ ਨੂੰ ਪੁੱਛਿਆ ਵੀ ਕਿਵੇਂ ਕਿਵੇਂ ਵੰਡੇ ਇਹ ਰਤਨ, ਸਾਨੂੰ ਦੱਸੋ, ਸੋਝੀ ਬਖਸ਼ੋ। ਤਾਂ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹੈ, ਮਹਾਦੇਵ ਮਸਤਕ ਧਰ ਪੀਤੇ। ਇਹ ਸ਼ਬਦ ਪੀਤੇ ਹੈ ਪ੍ਰੀਤ ਦੇ ਅਰਥ ਵਿੱਚ ਵੀ ਪੀਤੇ ਆਉਂਦਾ ਹੈ, ਔਰ ਪਾਠੰਤਰ ਪ੍ਰੀਤੇ ਵੀ ਹੈ। ਘੋੜਾ ਮਿਲਿਆ ਸੂਰਜੈ ਮਦ ਅੰਮ੍ਰਿਤ ਦੇਵ ਦਾਨਵ ਰੀਤੇ। ਉੱਚ ਸ਼ਰਵਾ ਘੋੜਾ ਇਹ ਸੂਰਜ ਨੂੰ ਮਿਲਿਆ, ਸ਼ਰਾਬ ਦਾਨਵਾਂ ਨੂੰ ਜਿਹੜੇ ਰਾਖਸ਼ ਸਨ ਉਹਨਾਂ ਨੂੰ, ਤੇ ਅੰਮ੍ਰਿਤ ਦੇਵਤਿਆਂ ਨੂੰ ਮਿਲਿਆ। ਇਹ ਰੀਤ ਜੋ ਕਾਇਮ ਹੋਈ, ਇਸ ਤਰ੍ਹਾਂ ਇਹ ਵੰਡ ਹੋਈ। ਕਰੇ ਤਨੰਤਰ ਵੈਦਗੀ ਡਸਿਆ ਤਛਕ ਮਤ ਵਿਪਰੀਤੇ। ਤਨੰਤਰ ਵੈਦ ਵੀ ਰਤਨ ਸਮੁੰਦਰ ਵਿੱਚੋਂ ਨਿਕਲਿਆ, ਇਹ ਵੈਦਗੀ ਕਰਦਾ ਸੀ। ਪਰ ਰਾਜਾ ਪ੍ਰੀਖਤ ਨੂੰ ਜਦ ਤਛਕ ਨਾਗ ਨੇ ਡੰਗਿਆ ਸੀ ਤਾਂ ਉਸ ਦੇ ਇਲਾਜ ਵਾਸਤੇ ਤਨੰਤਰ ਵੈਦ ਦੀ ਮੱਤ ਮਾਰੀ ਗਈ। ਇਹ ਮਾਇਆ ਲੈ ਕੇ ਤੇ ਆਪਣੇ ਘਰ ਨੂੰ ਉੱਠ ਗਿਆ ਸੀ, ਚਲਿਆ ਗਿਆ ਸੀ। ਸੋ ਭਾਈ ਗੁਰਦਾਸ ਜੀ ਕਹਿੰਦੇ ਇਹ ਪੁਰਾਣਿਕ ਕਥਾ। ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ, 14 ਰਤਨ ਨਿਕਲੇ, ਤੇ ਫਿਰ ਇਹਨਾਂ ਦੀ ਜਿੱਦਾਂ ਮੈਂ ਦੱਸਿਆ ਇਹ ਵੰਡ ਹੋਈ। ਹੁਣ ਅੱਗੇ ਭਾਈ ਗੁਰਦਾਸ ਸਾਹਿਬ ਜੀ ਸਿਧਾਂਤ ਦੱਸਦੇ ਆ। ਸਿਧਾਂਤ ਕੀ ਹੈ ਗੁਰਮੁਖ ਦਾ? ਗੁਰ ਉਪਦੇਸ਼ ਅਮੋਲਕਾ ਰਤਨ ਪਦਾਰਥ ਨਿਧ ਅਗਣੀਤੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਆਪਾਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਤੱਕਦੇ ਹਾਂ ਤਾਂ ਗੁਰੂ ਰੂਪ ਸਮੁੰਦਰ ਦੇ ਵਿੱਚ ਅਣਗਿਣਤ ਹੀ ਸਤਿਗੁਰੂ ਦੇ ਉਪਦੇਸ਼ ਰੂਪੀ ਅਮੋਲਕ ਰਤਨ ਹਨ। ਇੰਨੇ ਰਤਨ ਪਦਾਰਥ ਨੇ, ਨਿਧ, ਨਿਧ ਤੋਂ ਭਾਵ ਨਿਧਾਨ, ਖਜ਼ਾਨੇ ਭਰੇ ਨੇ ਰਤਨਾ ਪਦਾਰਥਾਂ ਦੇ, ਅਗਣੀਤੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਗੁਰੂ ਕੀ ਹੈ? ਸਮੁੰਦਰ, ਤੇ ਗੁਰੂ ਰੂਪ ਸਮੁੰਦਰ ਦੇ ਵਿੱਚ ਬੇਸ਼ੁਮਾਰ ਹੀਰੇ ਰਤਨ ਜਵਾਹਰਾਤ ਭਰੇ ਪਏ ਨੇ। ਉਹ ਤਾਂ ਕਹਿੰਦੇ ਨਾ ਪੁਰਾਣਿਕ ਕਥਾ ਵੀ 14 ਰਤਨ ਨਿਕਲੇ ਸਮੁੰਦਰ 'ਚੋਂ, ਤੇ ਗੁਰੂ ਰੂਪ ਸਮੁੰਦਰ ਦੇ ਵਿੱਚ ਕੋਈ ਗਿਣਤੀ ਨਹੀਂ ਵੀ ਕਿੰਨੇ ਕੁ ਰਤਨ ਨੇ।
ਇਥੇ ਸਤ ਸੰਤੋਖ ਦਇਆ ਧਰਮ ਧੀਰਜ ਪਰ ਉਪਕਾਰ ਨੇਕੀ ਚੰਗਿਆਈ। ਸੋ ਨਾਮ ਜਪਣਾ, ਦਾਨ ਕਰਨਾ, ਕਿਰਤ ਕਰਨੀ, ਪਤਾ ਨਹੀਂ ਕਿੰਨੇ ਕੁ ਰਤਨ ਨੇ, ਕੋਈ ਗਿਣਤੀ ਨਹੀਂ। ਸਤਿਗੁਰੂ ਮਹਾਰਾਜ ਜੀ ਆਪਣੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਉਂਦੇ ਹੈ ਔਰ ਸੋਝੀ ਬਖਸ਼ਦੇ ਹੈ ਵੀ ਬੰਦਿਆ ਤੂੰ ਸਵੈ ਪੜਚੋਲ ਕਰ, ਵੇਖ ਤੂੰ ਅੰਤਰ ਆਤਮੇ ਟਿਕ, ਤੈਨੂੰ ਆਪਣੇ ਅੰਦਰੋਂ ਵੀ ਰਤਨ ਲੱਭਣਗੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰੂ ਦੇ ਵਿੱਚ ਬੇਸ਼ੁਮਾਰ ਹੀਰੇ ਰਤਨ ਜਵਾਹਰਾਤ ਹਨ, ਪਰ ਉਹਨੂੰ ਮਿਲਦੇ ਆ ਜਿਹੜੇ ਗੁਰਬਾਣੀ ਦੇ ਲੜ ਲੱਗ ਜਾਂਦੇ ਆ, ਗੁਰਬਾਣੀ ਪੜ੍ਹਦੇ ਹੈ, ਵਿਚਾਰਦੇ ਹੈ, ਉਹਨਾਂ ਨੂੰ ਇਹ ਰਤਨ ਪਦਾਰਥ ਮਿਲਦੇ ਹਨ। ਸਤਿਗੁਰ ਸਿੱਖਾਂ ਸੱਚ ਪਰੀਤੇ, ਇਸੇ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਿੱਖਾਂ ਦੀ ਸੱਚੀ ਪ੍ਰੀਤ ਹੈ। ਗੁਰੂ ਦੇ ਨਾਲ ਸੱਚੀ ਪ੍ਰੀਤ ਕਰਦੇ ਆ ਗੁਰੂ ਕੇ ਪਿਆਰੇ ਸਿੱਖ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਸੋ ਗੁਰੂ ਸਮੁੰਦਰ ਰਤਨਾਂ ਦੇ ਨਾਲ ਭਰਿਆ ਹੈ, ਗੁਣਾਂ ਦੇ ਰਤਨਾਂ ਦੇ ਨਾਲ। ਜਿਹੜੇ ਸੰਤ ਬਿਰਤੀ ਵਾਲੇ ਨੇ, ਹੰਸ ਹਨ, ਉਹ ਇਸ ਅੰਮ੍ਰਿਤ ਨੂੰ, ਗੁਣਾਂ ਨੂੰ ਚੁਗਦੇ ਹੈ, ਪ੍ਰਾਪਤ ਕਰਦੇ ਹੈ। ਇਸ ਤੋਂ ਅੱਗੇ 24ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ। ਸਤਿਗੁਰੂ ਜੀ ਦੀ ਸ਼ਹਾਦਤ ਤੋਂ ਉਪਰੰਤ 6ਵੇਂ ਪਾਤਸ਼ਾਹ ਜੀ ਗੁਰਗੱਦੀ 'ਤੇ ਸੁਸ਼ੋਭਿਤ ਹੋਏ। ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨੀਆਂ। ਮਹਾਰਾਜ ਆਪ ਸ਼ਸਤਰਧਾਰੀ ਹੋਏ ਅਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ। ਸਿੱਖ ਸ਼ਸਤਰਧਾਰੀ ਹੋਏ। ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਰੱਖੇ, ਜੰਗੀ ਮਸ਼ਕਾਂ ਹੁੰਦੀਆਂ ਨੇ, ਤਖਤ ਰਚਿਆ। ਸਤਿਗੁਰੂ ਜੀ ਦਾ ਇਹ ਵੀਰ ਰਸੀ ਠਾਠ ਬਾਠ ਵੇਖ ਕੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋਏ। ਜਿਹੜੇ ਭਾਵਨਾ ਵਾਲੇ ਸਿੱਖ ਸਨ, ਉਹਨਾਂ ਦੇ ਮਨ 'ਚ ਤਾਂ ਕੋਈ ਸ਼ੰਕਾ ਨਹੀਂ ਪੈਦਾ ਹੋਇਆ, ਪਰ ਕਈ ਸਿੱਖ ਐਸੇ ਵੀ ਸਨ ਜਿਹੜੇ ਇਸ ਸਮੇਂ ਡੋਲੇ ਵੀ ਪਹਿਲੀਆਂ ਪੰਜ ਪਾਤਸ਼ਾਹੀਆਂ ਨੇ ਸ਼ਾਂਤ ਸਵਰੂਪ ਧਾਰਨ ਕੀਤਾ, ਇਹ ਹੁਣ ਵੀਰ ਰਸੀ ਠਾਠ ਬਾਠ ਵਿੱਚ ਰਹਿੰਦੇ ਹੈ। ਤੋ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਸੀ। ਉਹ ਜਿਹੜੇ ਸ਼ੰਕੇ ਲੋਕਾਂ ਨੇ ਕੀਤੇ, ਉਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਵਿੱਚ ਕਰ ਰਹੇ ਨੇ। ਧਰਮਸਾਲ ਕਰ ਬਹੀ ਦਾ, ਇਕਤ ਥਾਉ ਨਾ ਟਿਕੈ ਟਿਕਾਇਆ। ਸੋ ਲੋਕ ਇਸ ਤਰ੍ਹਾਂ ਮਨ ਵਿੱਚ ਸੰਸਾ ਕਰਦੇ, ਭਰਮ ਕਰਦੇ ਸਨ। 6ਵੇਂ ਪਾਤਸ਼ਾਹ ਵੇਲੇ ਕਹਿੰਦੇ ਧਰਮਸ਼ਾਲ ਕਰ ਬਹੀ ਦਾ। ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 5ਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੱਕ ਪਹਿਲੇ 5 ਹੀ ਸਤਿਗੁਰੂ ਧਰਮਸ਼ਾਲਾ ਦੇ ਵਿੱਚ ਬੈਠਦੇ ਸੀ। ਧਰਮਸ਼ਾਲਾ ਬਣਾ ਕੇ ਉੱਥੇ ਬੈਠ ਕੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸੀ। ਇਕਤ ਥਾਉ ਨਾ ਟਿਕੈ ਟਿਕਾਇਆ। ਪਰ ਇਹ 6ਵੇਂ ਗੁਰੂ ਇਹ ਇੱਕ ਥਾਂ 'ਤੇ ਟਿਕ ਕੇ ਨਹੀਂ ਬੈਠਦੇ। ਪਾਤਸ਼ਾਹ ਘਰ ਆਮਦੇ, ਗੜ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਪਹਿਲਾਂ ਜਿਹੜੇ ਪਾਤਸ਼ਾਹ ਬਾਦਸ਼ਾਹ ਲੋਕ, ਉਹ ਗੁਰੂ ਸਾਹਿਬ ਦੇ ਘਰ ਵਿੱਚ ਆਪ ਚੱਲ ਕੇ ਆਉਂਦੇ ਸੀ। ਗੁਰੂ ਦੇ ਘਰ ਵਿੱਚ ਚੱਲ ਕੇ ਆਉਂਦੇ ਸੀ, ਝੁਕਦੇ ਸੀ। ਜਿਵੇਂ ਅਕਬਰ ਆਇਆ ਗੋਇੰਦਵਾਲ ਦੀ ਧਰਤੀ 'ਤੇ, ਗੁਰੂ ਅਮਰਦਾਸ ਜੀ ਦੇ ਦਰ 'ਤੇ ਮੱਥਾ ਟੇਕਿਆ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਿਆ। ਸਿੱਖ ਕਹਿੰਦੇ ਵੀ ਪਹਿਲੇ ਗੁਰੂਆਂ ਦੇ ਕੋਲ ਤਾਂ ਪਾਤਸ਼ਾਹ ਉਹ ਆਪ ਚੱਲ ਕੇ ਆਉਂਦੇ ਸੀ। ਗੜ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਅਤੇ ਇਹ ਪਾਤਸ਼ਾਹ ਦਾ ਚੜ੍ਹਾਇਆ
ਕਿਲੇ ਵਿੱਚ ਜਾ ਚੜ੍ਹਿਆ, ਭਾਵ ਗਵਾਲੀਅਰ ਦੇ ਕਿਲੇ ਵਿੱਚ ਇਹ ਕੈਦੀ ਬਣਿਆ ਹੈ, ਇਹ ਉੱਥੇ ਬੈਠਾ ਹੈ, ਕੈਦ ਹੋਇਆ ਹੈ। ਪਹਿਲੇ ਪਾਤਸ਼ਾਹ ਗੁਰੂ ਘਰ ਦੇ ਵਿੱਚ ਆਉਂਦੇ ਸੀ, ਝੁਕਦੇ ਸੀ, ਪਰ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਦੇ ਵਿੱਚ, ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਪਾਤਸ਼ਾਹ ਨੇ, ਅਤੇ ਉੱਥੇ ਇਹ ਬੈਠਾ ਹੈ ਕੈਦੀ ਬਣ ਕੇ। ਇਹ ਲੋਕ ਇੱਦਾਂ ਦੇ ਸ਼ੰਕੇ ਕਰਦੇ ਹੈ। ਉਮਤ ਮਹਿਲ ਨਾ ਪਾਵਦੀ, ਨੱਠਾ ਫਿਰੈ ਨਾ ਡਰੈ ਡਰਾਇਆ। ਪਹਿਲੇ ਗੁਰੂ ਸਾਹਿਬ ਇੱਕ ਥਾਂ ਬੈਠ ਕੇ ਸਾਰਿਆਂ ਨੂੰ ਦਰਸ਼ਨ ਦਿੰਦੇ ਸੀ। ਹੁਣ ਇਹਨਾਂ ਦੀ ਉਮਤ ਜਿਹੜੀ ਸੰਗਤ ਹੈ, ਛੇਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਕਰ ਪਾਉਂਦੀ। ਨੱਠਾ ਫਿਰੈ, ਕਿਉਂਕਿ ਇਹ ਆਪ ਨੱਠਾ ਫਿਰਦਾ ਹੈ, ਦੌੜਿਆ ਭੱਜਾ ਫਿਰਦਾ ਹੈ, ਨਾ ਡਰੈ ਡਰਾਇਆ, ਅਤੇ ਕਿਸੇ ਦਾ ਡਰਾਇਆ ਹੋਇਆ ਡਰਦਾ ਨਹੀਂ। ਹਕੂਮਤਾਂ ਜ਼ੋਰ ਲਾ ਰਹੀਆਂ ਨੇ ਡਰਾਉਣ ਦੀਆਂ, ਪਰ ਇਹ ਕਿਸੇ ਤੋਂ ਨਹੀਂ ਡਰਦਾ। ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਿਲਾਇਆ। ਪਹਿਲੇ ਪੰਜੇ ਹੀ ਗੁਰੂ ਮੰਜੀ ਬਹਿ ਕੇ ਸੰਤੋਖ ਦਾ ਉਪਦੇਸ਼ ਦਿੰਦੇ ਸਨ। ਪੰਜੇ ਹੀ ਗੁਰੂ ਸਿੰਘਾਸਣ 'ਤੇ ਬੈਠ ਕੇ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਸੀ, ਸਿੱਖਿਆ ਦਿੰਦੇ ਸੀ। ਪਰ ਹੁਣ ਇਹਨਾਂ ਨੇ ਕੁੱਤੇ ਰੱਖ ਸ਼ਿਕਾਰ ਖਿਲਾਇਆ। ਇਹਨਾਂ ਨੇ ਕੁੱਤੇ ਕੋਲ ਰੱਖੇ ਨੇ ਅਤੇ ਸ਼ਿਕਾਰ ਖੇਡਦੇ ਨੇ। ਬਾਣੀ ਕਰ ਸੁਣ ਗਾਵੰਦਾ, ਕਥੈ ਨਾ ਸੁਣੈ ਨਾ ਗਾਵ ਸੁਣਾਇਆ। ਪਹਿਲੇ ਗੁਰੂ ਤਾਂ ਬਾਣੀ ਉਚਾਰਨ ਕਰਕੇ ਬਾਣੀ ਸੁਣਦੇ ਸੀ, ਗਾਉਂਦੇ ਸੀ, ਪਰ ਇਹ ਹੁਣ ਛੇਵਾਂ ਗੁਰੂ ਇਹ ਨਾ ਬਾਣੀ ਉਚਾਰਦਾ ਹੈ, ਨਾ ਸੁਣਦਾ ਹੈ, ਅਤੇ ਨਾ ਹੀ ਇਹ ਬਾਣੀ ਗਾ ਕੇ ਸੁਣਾਉਂਦਾ ਹੈ। ਸੇਵਕ ਪਾਸ ਨਾ ਰੱਖੀਆਂ, ਦੋਖੀ ਦੁਸ਼ਟ ਆਗੂ ਮੋਹਿ ਲਾਇਆ। ਸੋ ਇਹਨਾਂ ਨੇ ਸੇਵਕਾਂ ਨੂੰ ਆਪਣੇ ਕੋਲ ਨਹੀਂ ਰੱਖਿਆ। ਜਿਹੜੇ ਦੋਖੀ ਦੁਸ਼ਟ ਨੇ ਨਾ, ਉਹਨਾਂ ਨੂੰ ਆਗੂ ਬਣਾ ਕੇ ਮੂੰਹ ਲਾਇਆ ਹੋਇਆ ਹੈ ਛੇਵੇਂ ਗੁਰੂ ਨੇ। ਸਿੱਖਾਂ ਦੀ ਜਿਹੜੇ ਸ਼ੰਕੇ ਕਰਦੇ ਸੀ, ਉਹਨਾਂ ਦੀ ਮੁਰਾਦ ਪੈਂਦੇ ਖਾਂ ਤੋਂ ਸੀ। ਇਹ ਪੈਂਦੇ ਖਾਂ ਵਰਗੇ ਉਹਨਾਂ ਨੂੰ ਆਗੂ ਬਣਾ ਕੇ ਫੌਜ ਦੇ ਇੱਕ ਹਿੱਸੇ ਦਾ ਆਗੂ ਉਹਨਾਂ ਨੂੰ ਬਣਾਇਆ ਹੈ, ਜਰਨੈਲ ਬਣਾਇਆ ਹੈ, ਅਤੇ ਜਿਹੜੇ ਦੋਖੀ ਦੁਸ਼ਟ ਨੇ ਉਹਨਾਂ ਨੂੰ ਇਹਨਾਂ ਨੇ ਮੂੰਹ ਲਾਇਆ ਹੋਇਆ ਹੈ। ਸੱਚ ਨਾ ਲੁਕੈ ਲੁਕਾਇਆ, ਚਰਨ ਕਵਲ ਸਿੱਖ ਭਵਰ ਲੁਭਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸ ਵੇਲੇ ਲੋਕਾਂ ਨੇ ਬਹੁਤ ਸ਼ੰਕੇ ਕੀਤੇ। ਇਹਨਾਂ ਨੇ ਸ਼ਸਤਰ ਫੜ ਲਏ, ਪਹਿਲੇ ਗੁਰੂਆਂ ਨੇ ਸ਼ਸਤਰ ਨਹੀਂ ਸੀ ਫੜੇ। ਇਹਨਾਂ ਨੇ ਤਾਂ ਕੁੱਤੇ ਵੀ ਰੱਖੇ, ਸ਼ਿਕਾਰ ਖੇਡਣ ਜਾਂਦੇ ਹੈ, ਵੀਰ ਰਸੀ ਇਹਨਾਂ ਦਾ ਠਾਠ ਹੈ। ਪਹਿਲੇ ਗੁਰੂ ਸ਼ਾਂਤ ਰਹੇ। ਭਾਈ ਗੁਰਦਾਸ ਜੀ ਕਹਿੰਦੇ ਸੱਚ ਜਿਹੜਾ ਨਾ ਕਦੇ ਲੁਕਾਇਆ ਲੁਕਦਾ ਨਹੀਂ ਹੈ। ਜਿਹੜੇ ਭਾਵਨਾ ਵਾਲੇ ਸਿੱਖ ਸੀ, ਚਰਨ ਕਵਲ ਸਿੱਖ ਭਵਰ ਲੁਭਾਇਆ, ਉਹ ਸਿੱਖ ਮਹਾਰਾਜ ਦੇ ਚਰਨਾਂ ਦੇ ਭੌਰੇ ਬਣ ਕੇ ਸਤਿਗੁਰੂ ਦੇ ਚਰਨਾਂ ਕਮਲਾਂ 'ਤੇ ਲੁਭਾਏਮਾਨ ਹੁੰਦੇ ਰਹੇ। ਉਹਨਾਂ ਭਾਵਨਾ ਵਾਲੇ ਸਿੱਖਾਂ ਦੇ ਮਨ ਵਿੱਚ ਬਿਲਕੁਲ ਸ਼ੰਕਾ ਨਹੀਂ ਆਇਆ। ਉਹਨਾਂ ਸਿੱਖਾਂ ਦੇ ਅੰਦਰ ਭਾਵਨਾ ਸੀ, ਜੇ ਗੁਰੂ ਨੇ ਕਲਮ ਫੜੀ ਹੈ ਤਾਂ ਸਾਡੇ ਭਲੇ ਲਈ, ਅਤੇ ਜੇ ਗੁਰੂ ਨੇ ਸ਼ਸਤਰ ਫੜਿਆ ਹੈ ਤਾਂ ਵੀ ਸਾਡੇ ਭਲੇ ਲਈ। ਅਜਰ ਜਰੈ ਨਾ ਆਪ ਜਣਾਇਆ, ਗੁਰੂ ਨੇ ਅਜਰ ਨੂੰ ਜਰਿਆ ਹੈ ਅਤੇ ਆਪਾ ਨਹੀਂ ਜਣਾਇਆ। ਸਤਿਗੁਰੂ ਨੇ ਸ਼ਸਤਰ ਫੜ ਕੇ ਕਿਸੇ ਗਰੀਬ ਨੂੰ, ਕਿਸੇ ਮਜ਼ਲੂਮ ਨੂੰ ਨਹੀਂ ਮਾਰਿਆ, ਸਗੋਂ ਮਹਾਰਾਜ ਨੇ ਜੋ ਜ਼ੁਲਮ ਹੁੰਦਾ ਸੀ ਉਹਦਾ ਟਾਕਰਾ ਕੀਤਾ। ਸਮੇਂ ਦੀ ਹਕੂਮਤ ਦੇ ਨਾਲ ਛੇਵੇਂ ਪਾਤਸ਼ਾਹ ਨੇ 4 ਵੱਡੀਆਂ ਜੰਗਾਂ ਕੀਤੀਆਂ ਅਤੇ 4 ਦੇ ਵਿੱਚੋਂ ਹੀ ਸਤਿਗੁਰੂ ਨੇ ਜਿੱਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀਰ ਰਸੀ ਠਾਠ 'ਤੇ ਜੋ ਲੋਕਾਂ ਨੇ ਤਰਕ ਕੀਤੇ, ਕਈਆਂ ਨੇ ਇਤਰਾਜ਼ ਕੀਤੇ। ਅਗਲੀ ਪੌੜੀ ਜੋ 25ਵੀਂ ਪੌੜੀ ਹੈ, ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਨਖੇੜਾ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਕਿਉਂ ਫੜੇ। 2 ਗੱਲਾਂ ਇਸ ਪੌੜੀ ਵਿੱਚ ਦੱਸਦੇ ਨੇ। ਇੱਕ ਤਾਂ ਜਿਹੜਾ ਪ੍ਰੇਮ ਰਸ ਹੈ, ਇਹ ਬੜੀਆਂ ਮੁਸ਼ਕਲਾਂ ਵਿਪਤਾਵਾਂ ਤੋਂ ਬਾਅਦ ਮਿਲਦਾ ਹੈ, ਵੱਡੀ ਘਾਲਣਾ ਘਾਲਣੀ ਪੈਂਦੀ ਹੈ। ਦੂਜਾ ਜੋ ਲੋਕਾਂ ਦੇ ਇਤਰਾਜ਼ ਸਨ, ਸ਼ੰਕੇ ਸਨ, ਉਹ ਸ਼ੰਕੇ ਲੋਕਾਂ ਦੇ ਭਾਈ ਗੁਰਦਾਸ ਸਾਹਿਬ ਨੇ
ਅਗਲੀ ਪੌੜੀ 'ਚ ਦੂਰ ਕੀਤੇ ਹੈ। ਖੇਤੀ ਵਾੜ ਸੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਖੇਤ ਹੈ, ਖੇਤੀ ਫਸਲ ਹੈ। ਫਸਲ ਜਿਹੜੀ ਹੈ ਇਸ ਨੂੰ ਅਵਾਰਾ ਪਸ਼ੂ ਉਜਾੜਨ ਨਾ, ਖੇਤ ਦੇ ਦੁਆਲੇ ਵਾੜ ਕੀਤੀ ਜਾਂਦੀ ਹੈ। ਅੱਜ ਕੱਲ੍ਹ ਤਾਂ ਆ ਤਾਰਾਂ ਆ ਗਈਆਂ, ਲੋਕੀ ਲਾ ਦਿੰਦੇ ਨੇ ਕੰਡਿਆਂ ਵਾਲੀਆਂ ਤਾਰਾਂ, ਪਰ ਉਦੋਂ ਇਹ ਤਾਰਾਂ ਇਤਿਆਦਿਕ ਨਹੀਂ ਸਨ। ਉਦੋਂ ਜਿਹੜੇ ਛਾਪੇ ਹੁੰਦੇ ਸੀ ਕੰਡਿਆਂ ਵਾਲੇ, ਉਹਨਾਂ ਦੀ ਵਾੜ ਕੀਤੀ ਜਾਂਦੀ ਸੀ। ਹੁਣ ਵੀ ਕਈਆਂ ਥਾਵਾਂ 'ਤੇ ਤੁਸੀਂ ਜਾਵੋਗੇ ਦੱਖਣੀ ਭਾਰਤ ਦੇ ਵਿੱਚ, ਉੱਥੇ ਇਸ ਤਰ੍ਹਾਂ ਦਾ ਹੁੰਦਾ ਹੈ। ਖੇਤੀ ਵਾੜ ਸੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ। ਭਾਈ ਗੁਰਦਾਸ ਜੀ ਕਹਿੰਦੇ ਖੇਤ ਦੇ ਦੁਆਲੇ ਵਾੜ ਵਾਸਤੇ ਜਿਵੇਂ ਕੰਡਿਆਂ ਵਾਲੇ ਛਾਪੇ ਲਾਏ ਜਾਂਦੇ ਹੈ, ਅਤੇ ਬਾਗਾਂ ਦੇ ਆਸ-ਪਾਸ ਜਿਵੇਂ ਕਿੱਕਰ ਹੁੰਦੇ ਹੈ। ਸੱਪ ਪਲੇਟੇ ਚੰਨਣ, ਬੂਹੇ ਜਿੰਦਾ ਕੁੱਤਾ ਜਾਗੈ। ਅਤੇ ਚੰਦਨ ਦੇ ਦੁਆਲੇ ਜਿਵੇਂ ਸੱਪ ਲਪੇਟੇ ਹੁੰਦੇ ਹੈ, ਅਤੇ ਖਜ਼ਾਨਾ ਜਿਹੜਾ ਖਜ਼ਾਨੇ ਦਾ ਜਿਹੜਾ ਬੂਹਾ ਹੈ ਉਹਨੂੰ ਜਿੰਦਾ ਲਾਇਆ ਜਾਂਦਾ ਹੈ, ਅਤੇ ਕੁੱਤੇ ਜਾਗਦੇ ਨੇ, ਰਾਖੀ ਕਰਦੇ ਨੇ। ਖੇਤ ਦੀ ਵਾੜ ਦੇ ਵਾਸਤੇ, ਖੇਤ ਦੀ ਰਾਖੀ ਵਾਸਤੇ ਵਾੜ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਸ਼ਸਤਰ ਫੜੇ ਨੇ, ਇਹ ਸਿੱਖੀ ਰੂਪ ਖੇਤੀ ਦੀ ਰਾਖੀ ਵਾਸਤੇ ਨੇ, ਜ਼ੁਲਮ ਕਰਨ ਵਾਸਤੇ ਨਹੀਂ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਨੇ ਵੇਖ ਲਿਆ ਵੀ ਹੁਣ ਹਕੂਮਤ ਨਾਮ ਰਸੀਆਂ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਸ਼ਹੀਦ ਕਰਨ ਲੱਗ ਪਈ। ਸਤਿਗੁਰੂ ਦੀ ਵੱਡੀ ਸ਼ਹਾਦਤ ਹੋਈ, ਮਹਾਰਾਜ ਸ਼ਾਂਤ ਰਹੇ। ਪਰ ਸਾਡੇ ਸ਼ਾਂਤ ਰਸ ਨੂੰ, ਸਾਡੀ ਸ਼ਾਂਤੀ ਨੂੰ, ਸਾਡੀ ਕਮਜ਼ੋਰੀ ਨਾ ਕੋਈ ਸਮਝ ਲਵੇ, ਮਹਾਰਾਜ ਨੇ ਸ਼ਸਤਰ ਫੜੇ ਨੇ। ਇਹ ਖੇਤ ਦੀ ਰਾਖੀ ਵਾਸਤੇ ਨੇ, ਐਵੇਂ ਨਹੀਂ ਸਤਿਗੁਰੂ ਨੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ, ਇਹ ਰੱਖਿਆ ਕਰਨ ਵਾਸਤੇ ਨੇ। ਸੋ ਜਿਵੇਂ ਖੇਤ ਦੀ ਰੱਖਿਆ ਵਾੜ ਕਰਦੀ ਹੈ, ਇਹ ਸ਼ਸਤਰ ਸਿੱਖੀ ਰੂਪ ਖੇਤੀ ਦੀ ਰਾਖੀ ਵਾਸਤੇ ਫੜੇ ਨੇ। ਜਿਵੇਂ ਚੰਨਣ ਨੂੰ ਸੱਪ ਲਪੇਟੇ ਹੁੰਦੇ ਹੈ, ਉਹ ਵੀ ਚੰਦਨ ਦੀ ਰੱਖਿਆ ਕਰਦੇ ਹੈ। ਸੋ ਖਜ਼ਾਨੇ ਦੇ ਬੂਹੇ ਨੂੰ ਜਿੰਦਰਾ ਲੱਗਾ ਹੈ, ਕੁੱਤੇ ਜਾਗਦੇ ਨੇ, ਇਹ ਰਖਵਾਲੀ ਵਾਸਤੇ ਹੈ ਸਾਰਾ ਕੁਝ। ਕਵਲੈ ਕੰਡੇ ਜਾਣੀਅਨ, ਸਿਆਣਾ ਇੱਕ ਕੋਈ ਵਿੱਚ ਫਾਗੈ। ਕੌਲ ਫੁੱਲ ਜਿਹੜਾ ਸੋ ਕਵਲੈ ਕੰਡੇ ਜਾਣੀਅਨ, ਉਹਨੂੰ ਕੰਡੇ ਜਾਣੇ ਜਾਂਦੇ ਹੈ। ਸਿਆਣਾ ਇੱਕ ਕੋਈ ਵਿੱਚ ਫਾਗੈ, ਫਾਗੈ ਤੋਂ ਭਾਵ ਫਾਗ, ਹੋਲੀ। ਹੋਲੀਆਂ ਦੇ ਵਿੱਚ ਜਿਵੇਂ ਕੋਈ ਇੱਕ ਸਿਆਣਾ ਬੰਦਾ ਬਾਕੀ ਜਿਹੜੇ ਖਰੂਦੀ ਮੁੰਡੇ ਹੁਣ ਉਹਨਾਂ ਦੇ ਵਿੱਚ ਘਿਰ ਜਾਵੇ, ਅਤੇ ਉਹ ਸਿਆਣੇ ਨੂੰ ਫਿਰ ਉਹਦੇ ਨਾਲ ਉਹ ਚੰਗੀ ਨਹੀਂ ਕਰਦੇ, ਤਾਂ ਉਹ ਵੀ ਆਪਣੇ ਬਚਨ ਲਈ ਉਪਾਅ ਕਰਦਾ, ਯਤਨ ਕਰਦਾ ਹੈ। ਜਿਉਂ ਪਾਰਸ ਵਿੱਚ ਪੱਥਰਾਂ, ਮਨ ਮਸਤਕ ਜਿਉਂ ਕਾਲੈ ਨਾਗੈ। ਜਿਵੇਂ ਪੱਥਰਾਂ ਦੇ ਵਿੱਚ ਪਾਰਸ ਹੁੰਦਾ ਹੈ ਅਤੇ ਕਾਲਾ ਨਾਗ ਜਿਹੜਾ ਉਹਦੇ ਸਿਰ ਦੇ ਉੱਤੇ ਮਣੀ ਹੁੰਦੀ ਹੈ। ਰਤਨ ਸੋਹੈ ਗਲ ਪੋਤ ਵਿੱਚ, ਮੈਗਲ ਬੱਧਾ ਕੱਚੈ ਧਾਗੈ। ਅਤੇ ਹੁਣ ਗਲ ਦੀ ਜਿਹੜੀ ਮਾਲਾ ਹੁੰਦੀ ਹੈ, ਉਹਦੇ ਵਿੱਚ ਹੋਰ ਤਾਂ ਜਿਹੜੇ ਆ ਨਾ ਕੱਚੇ ਕੱਚ ਦੇ ਜਿਹੜੇ ਮੋਤੀ ਹੁੰਦੇ ਹੈ, ਇੱਕ ਉਹਦੇ ਵਿੱਚ ਕੀਮਤੀ ਰਤਨ ਹੁੰਦਾ ਹੈ। ਇੱਕ ਰਤਨ ਉਹਦੀ ਬੇਸ਼ੁਮਾਰ ਕੀਮਤ ਹੈ, ਬਾਕੀ ਜਿਹੜੇ ਆਲੇ ਦੁਆਲੇ ਉਹਦੇ ਮੋਤੀ ਨੇ, ਮਣੀਆਂ ਹਨ, ਉਹ ਕੱਚ ਦੇ ਹਨ। ਮੈਗਲ ਬੱਧਾ ਕੱਚਾ ਧਾਗਾ, ਅਤੇ ਹਾਥੀ ਜਿਹੜਾ ਨਾ ਕੱਚੇ ਧਾਗੇ ਉਹ ਬਹੁਤ ਸਾਰੇ ਇਕੱਠੇ ਕਰਕੇ ਜੋੜ ਜੋੜ ਕੇ ਉਹਨਾਂ ਨੂੰ ਮੋਟਾ ਰੱਸਾ ਬਣਾ ਲਿਆ ਜਾਂਦਾ, ਫਿਰ ਉਹਦੇ ਨਾਲ ਉਹਨੂੰ ਬੰਨ੍ਹ ਦਿੰਦੇ ਹੈ। ਅਤੇ ਉਹ ਇੱਕ ਇੱਕ ਧਾਗਾ ਜੁੜ ਕੇ ਜਦੋਂ ਮੋਟਾ ਰੱਸਾ ਬਣਦਾ, ਉਹ ਸੰਗਲ ਦਾ ਕੰਮ ਦਿੰਦਾ ਹੈ, ਹਾਥੀ ਨੂੰ ਉਹਦੇ ਨਾਲ ਬੰਨ੍ਹ ਦਿੰਦੇ ਹੈ। ਭਾਵ ਭਗਤ ਭੁੱਖ ਜਾਏ, ਘਰ ਬਿਦਰ ਖਵਾਲੇ ਪਿੰਨੀ ਸਾਗੈ। ਜਿਵੇਂ ਕ੍ਰਿਸ਼ਨ ਜੀ ਨੇ ਪ੍ਰੇਮਾ ਭਗਤੀ ਦੇ ਅਧੀਨ ਹੋ ਕੇ ਬਿਦਰ ਦੇ ਘਰੇ ਜਾ ਕੇ ਅਤੇ ਉਹਦੇ ਸਾਗ ਦੀ ਪਿੰਨੀ ਖਾਧੀ ਸੀ, ਉਹਨੂੰ ਨਿਹਾਲ ਕੀਤਾ ਸੀ। ਹੁਣ ਸਿਧਾਂਤ ਦੱਸਦੇ ਹੈ ਭਾਈ ਗੁਰਦਾਸ ਜੀ,
ਚਰਨ ਕਵਲ ਗੁਰ ਸਿੱਖ ਭੌਰ, ਸਾਧ ਸੰਗਤ ਸਹਿ ਲੰਘ ਸੁਭਾਗੈ। ਇਸ ਪੌੜੀ ਵਿੱਚ ਸਿਧਾਂਤ ਇਹ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ ਵੀ ਜਿਹੜੀਆਂ ਅਮੋਲਕ ਵਸਤਾਂ ਨੇ ਉਹ ਅਕਸਰ ਹੀ ਕਠਨ ਚੀਜ਼ਾਂ ਦੇ ਘੇਰੇ ਦੇ ਵਿੱਚ ਹੁੰਦੀਆਂ ਨੇ। ਖੇਤੀ ਵਾੜ ਦੇ ਘੇਰੇ ਵਿੱਚ ਹੈ, ਕੰਡਿਆਂ ਵਾਲੇ ਛਾਪੇ ਨੇ ਉਹਦੇ ਦੁਆਲੇ, ਚੰਦਨ ਸੱਪ ਲਪੇਟੇ ਹੋਏ ਨੇ ਉਹਨੂੰ, ਪਾਰਸ ਪੱਥਰਾਂ ਦੇ ਵਿੱਚ ਹੈ। ਇਹ ਜਿੰਨੇ ਗਿਣੇ ਨੇ, ਇੱਕ ਕੀਮਤੀ ਜਿਹੜਾ ਰਤਨ ਹੈ, ਬਾਕੀ ਉਹਦੇ ਮਾਲਾ ਦੇ ਵਿੱਚ ਜਿਹੜੇ ਬਾਕੀ ਮਣਕੇ ਨੇ ਉਹ ਕੱਚ ਦੇ ਨੇ, ਇੱਕ ਬਹੁਤਾ ਕੀਮਤੀ ਰਤਨ ਹੈ। ਸੋ ਜਿਹੜੀਆਂ ਕੀਮਤੀ ਵਸਤੂਆਂ ਹਨ ਇਹ ਕਠਨ ਵਸਤੂਆਂ ਦੇ ਘੇਰੇ ਵਿੱਚ ਹੁੰਦੀਆਂ। ਇਸੇ ਤਰ੍ਹਾਂ ਜੋ ਪਰਮਾਰਥ ਦੇ ਮਾਰਗ 'ਤੇ ਚੱਲਦੇ ਹੈ, ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਹੈ, ਵੇਖਣ ਨੂੰ ਤਾਂ ਹੋਰ ਬਹੁਤ ਕੁਝ ਜਾਪਦਾ ਹੈ, ਪਰ ਉਹਨਾਂ ਦੇ ਦੁਆਲੇ ਇਹ ਕਠਨ ਸਾਜੋ ਸਮਾਨ ਉਹਨਾਂ ਨੂੰ ਨਾਮ ਰਸ ਤੱਕ ਲੈ ਕੇ ਜਾਂਦਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੇ ਜੋ ਵੀਰ ਰਸੀ ਠਾਠ ਧਾਰਨ ਕੀਤਾ, ਇਹ ਸਤਿਗੁਰੂ ਨੇ ਇਹ ਜਿਹੜੀ ਸਿੱਖੀ ਦੀ ਫੁਲਵਾੜੀ, ਸਿੱਖੀ ਦੀ ਖੇਤੀ, ਇਹਦੀ ਰੱਖਿਆ ਵਾਸਤੇ ਕੀਤਾ ਹੈ। ਕਦੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਸ਼ਸਤਰ ਚੁੱਕ ਕੇ ਜ਼ੁਲਮ ਨਹੀਂ ਕੀਤਾ। ਹਾਂ, ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਦੇ ਨਾਲ ਟਾਕਰਾ ਜ਼ਰੂਰ ਕੀਤਾ ਹੈ। ਕਦੇ ਚੜ੍ਹਾਈ ਕਰਕੇ ਸਤਿਗੁਰੂ ਦਾ ਘਰ ਕਿਸੇ 'ਤੇ ਨਹੀਂ ਗਿਆ। ਜੇ ਕੋਈ ਚੜ੍ਹ ਕੇ ਆਇਆ ਹੈ ਤਾਂ ਉਹਨੂੰ ਫਿਰ ਮੂੰਹ ਤੋੜ ਜਵਾਬ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦਾ ਘਰ ਐਸਾ ਹੈ, ਸ਼ਾਸਤਰ ਅਤੇ ਸ਼ਸਤਰ ਇਹ ਦੋਵੇਂ ਨੇ। ਹਕੀਕਤ ਇਹ ਹੈ ਵੀ ਜਿਹੜੇ ਸ਼ਾਸਤਰ ਗਿਆਨ ਤੋਂ ਖਾਲੀ ਸੀ ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਸ਼ਸਤਰ ਜ਼ੁਲਮ ਕਰਨ ਲੱਗ ਪਏ, ਅਤੇ ਜਿਹੜੇ ਸ਼ਾਸਤਰ ਗਿਆਨ ਵਾਲੇ ਸੀ, ਨਾਮ ਰਸੀਏ ਸੀ, ਉਹਨਾਂ ਦੇ ਹੱਥਾਂ ਵਿੱਚ ਫੜੀ ਹੋਈ ਤਲਵਾਰ ਕਿਰਪਾਨ ਬਣ ਗਈ। ਕਲਗੀਧਰ ਜੀ ਨੇ ਲਿਖਿਆ ਜ਼ਫਰਨਾਮੇ ਦੇ ਵਿੱਚ, ਚੂੰਕਾਰ ਆਜ਼ਹਾਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਔਰੰਗਜ਼ੇਬ, ਮੈਂ ਮਜਬੂਰ ਸੀ ਸ਼ਸਤਰ ਚੁੱਕਣ 'ਤੇ, ਮੈਂ ਨਹੀਂ ਸੀ ਲਹੂ ਡੋਲਣਾ ਚਾਹੁੰਦਾ ਇੰਨਾ, ਪਰ ਤੂੰ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਇਆ। ਜ਼ੁਲਮ ਦੀ ਇੰਤਹਾ ਕੀਤੀ ਅਤੇ ਫਿਰ ਸ਼ਸਤਰ ਫੜ ਕੇ ਮੈਂ ਜੰਗ ਦੇ ਮੈਦਾਨ ਵਿੱਚ ਆ ਗਿਆ। ਜਦੋਂ ਸਾਰਿਆਂ ਹੀਲਿਆਂ ਵਸੀਲਿਆਂ ਤੋਂ ਗੱਲ ਲੰਘ ਜਾਏ, ਪਾਣੀ ਸਿਰ ਦੇ ਉੱਤੋਂ ਦੀ ਹੋ ਜਾਏ, ਫਿਰ ਮਰਦ ਦਾ ਧਰਮ ਹੈ ਉਹ ਸ਼ਸਤਰ ਹੱਥ ਵਿੱਚ ਫੜ ਲਵੇ। ਸੋ ਸ਼ਸਤਰਾਂ ਦਾ ਜਿਹੜਾ ਸਿਧਾਂਤ ਹੈ ਬਹੁਤੇ ਲੋਕ ਇਹਨੂੰ ਸਮਝ ਨਹੀਂ ਸਕੇ। ਕਈ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਹੀ ਮੰਨਦੇ ਹਾਂ ਜੀ, ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਤਾਂ ਸ਼ਸਤਰ ਚੁੱਕੇ, ਉਹਨਾਂ ਨੂੰ ਨਹੀਂ। ਜੋਤ ਇੱਕੋ ਹੀ ਹੈ, ਗੁਰੂ ਦੇ ਹੱਥ ਵਿੱਚ ਤਲਵਾਰ ਨਹੀਂ ਕਿਰਪਾਨ ਹੈ, ਉਹ ਕਿਰਪਾ ਕਰਦੀ ਹੈ, ਜ਼ੁਲਮ ਨੂੰ ਮੇਟਿਆ ਹੈ। ਸੋ ਇਸ ਪੌੜੀ ਵਿੱਚ ਸਾਰਾ ਸਿਧਾਂਤ ਭਾਈ ਗੁਰਦਾਸ ਜੀ ਨੇ ਸਾਡੇ ਸਾਹਮਣੇ ਰੱਖਿਆ ਹੈ। ਔਰ ਜਿਵੇਂ ਨਾਲ ਦੱਸਦੇ ਹੈ, ਪ੍ਰੇਮ ਦੇ ਅਧੀਨ ਹੋ ਕੇ ਕ੍ਰਿਸ਼ਨ ਜੀ ਬਿਦਰ ਦੇ ਘਰੇ ਗਏ, ਸਾਗ ਖਾਧਾ। ਇਸੇ ਤਰ੍ਹਾਂ ਗੁਰਸਿੱਖਾਂ ਦੇ ਪ੍ਰੇਮ ਦੇ ਅਧੀਨ ਹਨ ਸਤਿਗੁਰੂ ਜੀ। ਚਰਨ ਕਵਲ ਗੁਰ ਸਿੱਖ ਭੌਰ, ਗੁਰੂ ਕੇ ਸਿੱਖ ਮਹਾਰਾਜ ਦੇ ਚਰਨਾਂ ਕਮਲਾਂ ਦੇ ਭੌਰੇ ਹਨ। ਸਾਧ ਸੰਗਤ ਸਹਿ ਲੰਘ ਸੁਭਾਗੈ, ਅਤੇ ਸ੍ਰੇਸ਼ਟ ਭਾਗਾਂ ਵਾਲੇ ਗੁਰੂ ਕੇ ਸਿੱਖ ਸਾਧ ਸੰਗਤ ਦੇ ਵਿੱਚ ਮਿਲੇ ਰਹਿੰਦੇ, ਸਾਧ ਸੰਗਤ ਦੇ ਨਾਲ ਜੁੜੇ ਰਹਿੰਦੇ ਹੈ। ਪਿਰਮ ਪਿਆਲੇ ਦੁੱਤਰ ਝਾਗੈ, ਅਤੇ ਸੰਸਾਰਕ ਕਸ਼ਟਾਂ ਤੋਂ, ਦੁੱਖਾਂ ਤੋਂ, ਤਕਲੀਫਾਂ ਤੋਂ ਲੰਘ ਕੇ ਅਤੇ ਪ੍ਰੇਮ ਰਸ ਦੇ ਪਿਆਲੇ ਨੂੰ ਗੁਰਸਿੱਖ ਪੀਂਦੇ ਹੈ, ਉਸ ਪਿਆਲੇ ਨੂੰ ਪ੍ਰਾਪਤ ਕਰਦੇ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ, ਸਤਿਗੁਰੂ ਰਹਿਮਤ ਕਰਨ। ਪਾਵਨ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸੇ ਜੀ। ਚਰਨ ਕਵਲ ਗੁਰ ਸਿੱਖ ਭੌਰ, ਸਾਧ ਸੰਗਤ ਸਹਿ ਲੰਘ ਸੁਭਾਗੈ, ਪਿਰਮ ਪਿਆਲੇ ਦੁੱਤਰ ਝਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।